ਜਿੱਥੇ ਆਪਾਂ ਨੂੰ ਕੋਈ ਵੀ ਮਿਸਲੀਡਿੰਗ ਐਡਵਰਟਾਈਜ਼ਮੈਂਟ ਹੁੰਦੀਆਂ ਨੇ, ਜਿੱਦਾਂ ਕਿ ਫੇਅਰ ਲਵਲੀ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਵੀ 7 ਦਿਨਾਂ ਦੇ ਵਿੱਚ ਇਹ ਆਪਣਾ ਰੰਗ ਵਗੈਰਾ ਗੋਰਾ ਹੋ ਜਾਊਗਾ। ਸੋ ਇਹ ਚੀਜ਼ਾਂ ਨੇ ਜਿਹੜੀਆਂ ਉਹ ਮਿਸਲੀਡਿੰਗ ਐਡਵਰਟਾਈਜ਼ਮੈਂਟ ਦੇ ਅੰਡਰ ਆਉਂਦੀਆਂ ਨੇ। ਇਹਦੇ ਤੇ ਆਪਣੀ ਜਿਹੜੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਬਣੀ ਆ ਉਹ ਰੋਕ ਲਗਾ ਸਕਦੀ ਆ। ਪਹਿਲਾਂ ਤਾਂ ਉਹਨਾਂ ਨੂੰ ਫਾਈਨ 25 ਲੱਖ ਤੱਕ ਦਾ ਹੋ, ਪਰ ਜੇ ਉਹ ਫਿਰ ਵੀ ਮਿਸਲੀਡਿੰਗ ਐਡਵਰਟਾਈਜ਼ਮੈਂਟ ਲਗਾਤਾਰ ਚੱਲ ਰਹੀ ਆ ਦੈਨ ਉਹਨਾਂ ਨੂੰ ਜਿਹੜਾ ਫਾਈਨ ਆ ਉਹ 50 ਲੱਖ ਤੱਕ ਦਾ ਹੋ। ਪਰ ਜੇ ਉਹ ਫਿਰ ਵੀ ਇਸ ਚੀਜ਼ ਤੋਂ ਅਵੇਅਰ ਨਹੀਂ ਹੁੰਦੇ ਵੀ ਸਾਡੇ ਤੇ ਕੋਈ ਫਾਈਨ ਵਗੈਰਾ ਲਗਾਇਆ ਹੋਇਆ ਸੈਂਟਰਲ ਅਥਾਰਟੀ ਨੇ, ਦੈਨ ਉਹਨਾਂ ਨੂੰ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ ਜਾਂ ਉਹਨਾਂ ਦਾ ਜਿਹੜਾ ਲਾਇਸੈਂਸ ਆ ਉਹ 2 ਈਅਰ ਦੇ ਲਈ ਹੈ, ਜਿਹੜਾ ਉਹ ਸਰਵਿਸ ਆ ਉਹਨਾਂ ਦੀ ਖਤਮ ਕੀਤੀ ਜਾ ਸਕਦੀ ਹੈ। ਜੀ, ਜਿਵੇਂ ਆਪਾਂ ਕਿਸੇ ਨੇ ਕੰਜ਼ਿਊਮਰ ਐਕਟ ਦੇ ਅੰਤਰਗਤ ਸ਼ਿਕਾਇਤ ਦਰਜ ਕਰ ਦਿੱਤੀ ਹੈ ਕਿ ਇਹਦੇ ਵਿੱਚ ਕਿੰਨੀ ਕੁ ਸਜ਼ਾ ਤੇ ਜੁਰਮਾਨਾ ਹੋ ਸਕਦਾ ਆ? ਇਹਦੇ ਵਿੱਚ ਘੱਟੋ ਘੱਟ ਜਿਹੜੀ ਸਜ਼ਾ ਉਹ 1 ਮੰਥ ਦੀ ਹੋ ਸਕਦੀ ਆ। ਇਹ ਐਕਸਟੈਂਡ ਆ ਜਿਹੜੀ ਉਹ 3 ਸਾਲ ਦੇ ਤੱਕ ਹੋ ਸਕਦੀ ਆ, ਤੇ ਜਿਹੜਾ ਜੁਰਮਾਨਾ ਹੈਗਾ ਉਹ 25 ਤੋਂ 50 ਲੱਖ ਤੱਕ ਹੋ ਸਕਦਾ। ਕਈ ਵਾਰੀ ਕੀ ਹੁੰਦਾ ਮੈਮ, ਇਨਸਾਨ ਜਿਹੜਾ ਹੈ ਨਾ ਕੋਈ ਸਮਾਨ ਖਰੀਦਣ ਜਾਂਦਾ ਹੈਗਾ ਤਾਂ ਇੱਕ ਕੈਰੀ ਬੈਗ ਜਿਹੜਾ ਹੈਗਾ ਆ ਉਹ ਉਹਨਾਂ ਤੋਂ ਪੈਸੇ ਲੈ ਕੇ ਦਿੱਤਾ ਜਾਂਦਾ ਆ, ਕੀ ਉਹ ਵੀ ਜਿਹੜਾ ਕੰਜ਼ਿਊਮਰ ਦੇ ਅਧਿਕਾਰਾਂ ਦਾ ਘਾਣ ਹੁੰਦਾ ਕਿ ਨਹੀਂ? ਜਿਹੜਾ MRP ਦਿੱਤਾ ਹੋਇਆ ਆਪਾਂ ਨੂੰ ਉਹ ਚੀਜ਼ ਦੇ ਉੱਤੇ ਹੀ ਆਪਾਂ ਬਿੱਲ ਬਣਾਵਾਂਗੇ ਤੇ ਬਿੱਲਾਂ ਤੇ ਆਪਾਂ ਖਰੀਦ ਕੇ ਲੈ ਕੇ ਆਵਾਂਗੇ। ਜੇ ਇਸ ਤੋਂ ਜ਼ਿਆਦਾ ਕੋਈ ਵੀ ਕੰਜ਼ਿਊਮਰ ਖਰੀਦਦਾਗਾ ਤਾਂ ਉਹ ਕਿਤੇ ਵੀ ਜਾ ਕੇ ਕੰਪਲੇਂਟ ਫਾਈਲ ਕਰ ਸਕਦਾ। ਪਹਿਲਾਂ ਤਾਂ ਆਪਾਂ ਉੱਥੇ ਜਦੋਂ ਆਪਾਂ ਖਰੀਦਦੇ ਉਹਨਾਂ ਨਾਲ ਹੀ ਕਹਾਂਗੇ ਵੀ MRP ਤੋਂ ਵੱਧ ਸਾਨੂੰ ਕਿੱਦਾਂ ਲਗਾ ਰਹੇ ਹੋ। ਜੇ ਉਹ ਫਿਰ ਵੀ MRP ਤੋਂ ਵੱਧ ਲਗਾ ਰਹੇ ਆ ਤਾਂ ਆਪਾਂ ਕੰਪਲੇਂਟ ਫਾਈਲ ਕਰ ਸਕਦੇ ਹਾਂ, ਜਾਂ ਡਿਸਟ੍ਰਿਕਟ ਕਮਿਸ਼ਨ ਦੇ ਵਿੱਚ, ਸਟੇਟ ਕਮਿਸ਼ਨ ਦੇ ਵਿੱਚ ਤੇ ਨੈਸ਼ਨਲ ਜਿਹੜੀ ਉਹਦੀ ਜੁਰੀਡਿਕਸ਼ਨ ਬਣਦੀ ਹੁੰਦੀ ਆ, ਜਾਂ ਜਿੱਥੇ ਕੋਈ ਕੈਰੀ ਔਨ ਕੀਤਾ ਜਾਂਦਾ ਬਿਜ਼ਨਸ ਜਾਂ ਜਿੱਥੇ ਕੰਜ਼ਿਊਮਰ ਰਹਿੰਦਾ, ਉਹ ਚੀਜ਼ਾਂ ਦੇ ਉੱਤੇ ਆਪਾਂ ਕੰਪਲੇਂਟ ਆ ਜਿਹੜੀ ਉੱਥੇ ਫਾਈਲ ਕਰ ਸਕਦੇ ਹਾਂ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਇਹ ਆ ਵੀ ਜਿਹੜੇ ਕੰਜ਼ਿਊਮਰ ਦੇ ਰਾਈਟਸ ਨੇ ਵਾਇਲੇਟ ਕੀਤੇ ਜਾਂਦੇ ਆ, ਜਾਂ ਮਿਸਲੀਡਿੰਗ ਐਡਵਰਟਾਈਜ਼ਮੈਂਟ ਹੁੰਦੀਆਂ ਨੇ, ਜਾਂ ਉਹਨਾਂ ਨਾਲ ਮਿਸਲੀਡ ਬਿਹੇਵ ਹੁੰਦਾ, ਜਿੱਦਾਂ ਪ੍ਰਾਈਸ ਰਾਈਜ਼ ਹੁੰਦੇ ਆ, MRP ਤੋਂ ਵੱਧ ਉਹਨਾਂ ਨੂੰ ਦਿੱਤੇ ਜਾਂਦੇ ਆ, ਇਹ ਸਾਰੀਆਂ ਚੀਜ਼ਾਂ ਉਹਦੇ ਅੰਡਰ ਕਵਰ ਹੁੰਦੀਆਂ ਨੇ। ਤੇ ਉਹਨਾਂ ਨੂੰ ਕੀ ਪੈਨਲਟੀਜ਼ ਲੱਗਦੀਆਂ ਨੇ ਉਹ ਸਾਰੀਆਂ ਜਿਹੜੀਆਂ ਸਾਡੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਬਣੀ ਆ ਉਹਦੇ ਅੰਦਰ ਸਜ਼ਾਵਾਂ ਵਗੈਰਾ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ। ਪਹਿਲਾਂ ਉਹ ਐਪਲੀਕੇਸ਼ਨ ਆ ਜਿਹੜਾ ਡਿਸਟ੍ਰਿਕਟ ਕਮਿਸ਼ਨ ਦੇ ਵਿੱਚ ਖੁਦ ਪਾ ਸਕਦਾ ਵੀ ਮੇਰੇ ਨਾਲ ਮੈਂ ਇਹ ਚੀਜ਼ ਖਰੀਦੀ ਸੀ, ਮੇਰੇ ਨਾਲ ਇਹ ਚੀਜ਼ ਤੋਂ MRP ਤੋਂ ਜ਼ਿਆਦਾ ਚੀਜ਼ ਲਗਾਈ ਗਈ ਹੈ, ਜਾਂ ਮੇਰਾ ਰਾਈਟ ਟੂ ਸੇਫਟੀ ਇਨਫੋਰਮੇਸ਼ਨ ਕੋਈ ਵੀ ਵਾਇਲੇਟ ਹੋਇਆ ਦੈਨ ਉਹ ਕੰਪਲੇਂਟ ਆ ਜਿਹੜੀ ਉਹ ਫਾਈਲ ਕਰੂਗਾ। ਪਰ ਜੇ ਕੋਰਟ ਦੀਆਂ ਪ੍ਰੋਸੀਡਿੰਗ ਆ ਉਹ ਦੈਨ ਉਹ ਕਾਉਂਸਲ ਦੇ ਥਰੂ ਹੀ ਕੀਤੀਆਂ ਜਾਂਦੀਆਂ ਜੀ। ਮੇਰਾ ਅਧਿਕਾਰ ਮੇਰਾ ਮਾਨ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਬਾਬਤ ਗੱਲਬਾਤ ਕਰਾਂਗੇ। ਦਰਸ਼ਕੋ, ਇਸ ਤੋਂ ਪਹਿਲਾਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਆਇਆ ਸੀ, ਜਿਸ ਤੋਂ ਬਾਅਦ ਜਿਹੜਾ ਹੈ ਦੁਬਾਰਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਬਣਾਇਆ ਗਿਆ ਤੇ 20 ਜੁਲਾਈ 2020 ਨੂੰ ਇਹ ਲਾਗੂ ਕੀਤਾ ਗਿਆ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਕੀ ਹੈ ਤੇ ਇਸ ਦੇ ਅੰਤਰਗਤ ਕਿਹੜੇ-ਕਿਹੜੇ ਅਧਿਕਾਰ ਜਿਹੜੇ ਕੰਜ਼ਿਊਮਰ ਨੂੰ ਮਿਲਦੇ ਆ, ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਰਮਨਦੀਪ ਕੌਰ ਹੋਰਾਂ ਦੇ ਨਾਲ। ਸਭ ਤੋਂ ਪਹਿਲਾਂ ਇਕਮ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਤੁਹਾਡਾ। ਜੀ ਮੈਮ, ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਹੈ ਕੀ ਹੈ? ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਇਹ ਆ ਵੀ ਜਿਹੜੇ ਕੰਜ਼ਿਊਮਰ ਦੇ ਰਾਈਟਸ ਨੇ ਵਾਇਲੇਟ ਕੀਤੇ ਜਾਂਦੇ ਆ, ਜਾਂ ਮਿਸਲੀਡਿੰਗ ਐਡਵਰਟਾਈਜ਼ਮੈਂਟ ਹੁੰਦੀਆਂ ਨੇ, ਜਾਂ ਉਹਨਾਂ ਨਾਲ ਮਿਸਲੀਡ ਬਿਹੇਵ ਹੁੰਦਾ, ਜਿੱਦਾਂ ਪ੍ਰਾਈਸ ਰਾਈਜ਼ ਹੁੰਦੇ ਆ, MRP ਤੋਂ ਵੱਧ ਉਹਨਾਂ ਨੂੰ ਦਿੱਤੇ ਜਾਂਦੇ ਆ, ਇਹ ਸਾਰੀਆਂ ਚੀਜ਼ਾਂ ਉਹਦੇ ਅੰਡਰ ਕਵਰ ਹੁੰਦੀਆਂ ਨੇ। ਤੇ ਉਹਨਾਂ ਨੂੰ ਕੀ ਪੈਨਲਟੀਜ਼ ਲੱਗਦੀਆਂ ਨੇ ਉਹ ਸਾਰੀਆਂ ਜਿਹੜੀਆਂ ਸਾਡੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਬਣੀ ਆ ਉਹਦੇ ਅੰਦਰ ਸਜ਼ਾਵਾਂ ਵਗੈਰਾ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਜੀ। ਹੁਣ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਕੰਜ਼ਿਊਮਰ ਦੇ ਜਿਹੜਾ ਅਧਿਕਾਰ ਉਹਨੂੰ ਦਿੱਤੇ ਜਾਂਦੇ ਹੈਗੇ। ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਐਕਟ ਦੇ ਅੰਤਰਗਤ ਕਿਹੜੇ-ਕਿਹੜੇ ਅਧਿਕਾਰ ਜਿਹੜੇ ਆ ਕੰਜ਼ਿਊਮਰ ਨੂੰ ਮਿਲਦੇ ਆ? ਇਸ ਐਕਟ ਦੇ ਅੰਦਰ ਜਿਹੜਾ ਕੰਜ਼ਿਊਮਰ ਦੇ ਅਧਿਕਾਰ ਨੇ ਉਹ ਹੈਗਾ ਦਾ ਰਾਈਟ ਟੂ ਚੂਜ਼ ਦਿੱਤਾ ਜਾਂਦਾ, ਰਾਈਟ ਟੂ ਇਨਫੋਰਮੇਸ਼ਨ ਦਿੱਤਾ ਜਾਂਦਾ, ਰਾਈਟ ਟੂ ਸੇਫਟੀ ਦਿੱਤਾ ਜਾਂਦਾ, ਰਾਈਟ ਟੂ ਅਵੇਅਰਨੈਸ,
ਤੇ ਰਾਈਟ ਟੂ ਰਿਡਰੈਸਲ, ਇਹ ਸਾਰੇ ਅਧਿਕਾਰ ਰਾਈਟ ਟੂ ਇਨਫੋਰਮੇਸ਼ਨ ਦੇ ਵਿੱਚ ਸਾਰੀ ਜਿਹੜੀ ਕੰਜ਼ਿਊਮਰ ਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਜਦੋਂ ਵੀ ਉਹ ਕੋਈ ਵੀ ਚੀਜ਼ ਖਰੀਦਣ ਲਈ ਜਾਂਦਾ ਤਾਂ ਉਹਨਾਂ ਨੂੰ ਸਾਰੀਆਂ ਜਿਹੜੀਆਂ ਉਹਦੀਆਂ ਚੀਜ਼ਾਂ ਨੇ, ਕੁਆਲਿਟੀ ਕੀ ਆ, ਸਟੈਂਡਰਡ ਕੀ ਆ, ਉਹ ਸਾਰਾ ਡਿਸਕਲੋਜ਼ ਕਰਨਾ ਚਾਹੀਦਾ। ਤੇ ਸੇਫਟੀ ਇਹ ਹੈ ਮਤਲਬ ਵੀ ਜਿਹੜੇ ਉਹਦੇ ਅੰਦਰ ਕੋਈ ਵੀ ਚੀਜ਼ ਯੂਜ਼ ਕੀਤੀ ਗਈ ਆ ਵੀ ਉਹਦੇ ਲਈ ਸਹੀ ਰਹੂਗੀ, ਹੈਲਥ ਲਈ ਕੋਈ ਖਾਣ ਵਾਲੀ ਚੀਜ਼ ਆ ਜਾਂ ਕੋਈ ਹੋਰ ਆ, ਉਹ ਸਾਰੀਆਂ ਚੀਜ਼ਾਂ ਦੱਸਣੀਆਂ ਨੇ। ਤੇ ਜਿਹੜੀ ਅਵੇਅਰਨੈਸ ਆ, ਜਿਹੜਾ ਰਾਈਟ ਟੂ ਅਵੇਅਰਨੈਸ ਆ, ਉਹ ਆਪਾਂ ਜਦੋਂ ਯੂਜ਼ ਕਰਦੇ ਆ, ਆਪਾਂ ਜਦੋਂ ਕਿਸੇ ਵੀ ਸ਼ੌਪ ਵਗੈਰਾ ਤੋਂ ਖਰੀਦਣ ਲਈ ਜਾਂਦੇ ਆ ਤਾਂ ਉਹ ਪ੍ਰੋਡਕਟ ਬਾਰੇ ਆਪਾਂ ਨੂੰ ਅਵੇਅਰ ਹੋਣਾ ਚਾਹੀਦਾ ਵੀ ਆਪਣੇ ਲਈ ਇਹ ਚੀਜ਼ ਜੇ ਯੂਜ਼ ਕਰਾਂਗੇ ਤਾਂ ਸਹੀ ਰਹੂਗੀ ਜਾਂ ਨਹੀਂ। ਤੇ ਜਿਹੜਾ ਰਾਈਟ ਟੂ ਰਿਡਰੈਸਲ ਆ, ਉਹਦੇ ਵਿੱਚ ਆਪਾਂ ਕੋਈ ਵੀ ਜੇ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਯੂਜ਼ ਕਰਨ ਤਾਂ ਆਪਾਂ ਰਿਲੀਫ ਲੈ ਸਕਦੇ ਹਾਂ ਕੋਰਟ ਤੋਂ ਜਾ ਕੇ। ਜੀ ਮੈਮ, ਇਹ ਤੇ ਗੱਲ ਕੀਤੀ ਕਿ ਕੰਜ਼ਿਊਮਰ ਨੂੰ ਕਿਹੜੇ ਅਧਿਕਾਰ ਮਿਲਦੇ ਆ। ਕਈ ਵਾਰੀ ਕੀ ਹੁੰਦਾ ਕਿ ਕੰਜ਼ਿਊਮਰ ਨੂੰ ਅਧਿਕਾਰ ਬਹੁਤ ਸਾਰੇ ਮਿਲ ਜਾਂਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਕਿਹੜੇ ਅਧਿਕਾਰ ਮਿਲੇ ਆ। ਇਸ ਦੇ ਲਈ ਕੋਈ ਸੰਸਥਾਵਾਂ ਬਣਾਈਆਂ ਗਈਆਂ ਨੇ ਜੋ ਕੰਜ਼ਿਊਮਰ ਨੂੰ ਇਹ ਦੱਸ ਸਕਣ ਕਿ ਤੇਰੇ ਕਿਹੜੇ ਅਧਿਕਾਰ ਹੈਗੇ ਤੇ ਤੂੰ ਇਹਨਾਂ ਦੀ ਕਿਵੇਂ ਵਰਤੋਂ ਕਰ ਸਕਦਾ ਆ। ਬਿਲਕੁਲ, ਇੱਕ ਕੰਜ਼ਿਊਮਰ ਐਕਟ ਦੇ ਅੰਡਰ ਆਪਣੀ ਸੰਸਥਾ ਬਣੀ ਹੋਈ ਹੈਗੀ ਕੰਜ਼ਿਊਮਰ ਪ੍ਰੋਟੈਕਸ਼ਨ ਸੈਂਟਰਲ ਅਥਾਰਟੀ। ਉਹਨਾਂ ਦਾ ਕੰਮ ਕੀ ਆ ਵੀ ਅਧਿਕਾਰਾਂ ਦੇ ਲਈ ਪ੍ਰਮੋਟ ਕਰਨਾ ਵੀ ਇਹ ਕੰਜ਼ਿਊਮਰ ਨੂੰ ਅਧਿਕਾਰ ਦਿੱਤੇ ਗਏ ਆ ਵੀ ਜੇ ਕਿਤੇ ਵੀ ਉਹਨਾਂ ਦਾ ਰਾਈਟ ਹੈਗਾ ਜਿਹੜਾ ਉਹ ਵਾਇਲੇਟ ਹੁੰਦਾ ਕਿੱਦਾਂ ਇਨਫੋਰਸ ਕਰਨਾ। ਇਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਨੇ। ਜਿਹੜੀ ਸੈਂਟਰਲ ਅਥਾਰਟੀ ਉਹਦਾ ਕੰਮ ਆ ਵੀ ਆਪਾਂ ਇਹ ਚੀਜ਼ਾਂ ਨੂੰ ਅਵੇਅਰ ਕਰੀਏ ਲੋਕਾਂ ਨੂੰ ਵੀ ਇਹ ਜਿਹੜੇ ਅਧਿਕਾਰ ਨੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਡਰ ਆਪਾਂ ਨੂੰ ਦਿੱਤੇ ਗਏ ਨੇ। ਜੀ ਮੈਮ, ਜਿਵੇਂ ਪਹਿਲਾਂ ਹੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਮੌਜੂਦ ਸੀਗਾ, ਫਿਰ 2019 ਦੇ ਵਿੱਚ ਇਸ ਐਕਟ ਨੂੰ ਦੁਬਾਰਾ ਲਿਆਉਣ ਦੀ ਕਿਉਂ ਲੋੜ ਮਹਿਸੂਸ ਹੋਈ? ਜਿਹੜਾ 1986 ਐਕਟ ਸੀ, ਹੈਗੀਆਂ ਸਾਰੀਆਂ ਪ੍ਰੋਵੀਜ਼ਨਸ ਸੇਮ ਨੇ, ਪਰ ਜਿਹੜਾ ਈ ਕਮਰਸ ਬਿਜ਼ਨਸ ਸੀਗਾ ਉਹਦੇ ਅਕੋਰਡਿੰਗ ਆ ਜਿਹੜਾ ਹੁਣ ਦਾ ਟਾਈਮ ਹੈ ਉਹਦੇ ਅਕੋਰਡਿੰਗ ਜਿਹੜੀਆਂ ਉਹ 3 ਡਿਕੇਡਸ ਹੋ ਗਈਆਂ, ਉਹ ਸੋ ਪੁਰਾਣੀਆਂ ਸੀਗੀਆਂ, ਉਹਦੇ ਅਕੋਰਡਿੰਗ ਚੱਲ ਨਹੀਂ ਸੀ ਰਿਹਾ ਈ ਕਮਰਸ ਬਿਜ਼ਨਸ। ਉਹਦੇ ਵਿੱਚ ਬਹੁਤ ਜ਼ਿਆਦਾ ਮਿਸਲੀਡਿੰਗ, ਠੀਕ ਹੈ, ਰਾਈਜ਼ ਹੋਣ ਲੱਗ ਗਏ ਜਿਹੜੇ ਪ੍ਰਾਈਸ, ਐਕਸਪੋਰਟ ਇੰਪੋਰਟ ਦਾ ਬਿਜ਼ਨਸ ਸੀ ਜਿਹੜਾ ਉਹ ਵੱਧ ਗਿਆ। ਇਸੇ ਕਰਕੇ ਜਿਹੜੀ ਉਹਦੀ ਈ ਕਮਰਸ ਬਿਜ਼ਨਸ ਆ ਉਹ ਸਹੀ ਤਰ੍ਹਾਂ ਨਹੀਂ ਸੀ ਚੱਲ ਰਿਹਾ ਅਕੋਰਡਿੰਗ 1986 ਦੇ। ਸੋ ਜਿਹੜਾ 2019 ਆ ਉਹਦੇ ਵਿੱਚ ਚੀਜ਼ਾਂ ਦੇ ਵਿੱਚ ਆ ਜਿਹੜਾ ਉਹ ਬਦਲਾਵ ਲੈ ਕੇ ਆਇਆ ਈ ਕਮਰਸ ਬਿਜ਼ਨਸ। ਇਹਦੇ ਵਿੱਚ ਇੱਕ ਸੇਫਟੀ ਦੀ ਤਰ੍ਹਾਂ ਪ੍ਰੋਵਾਈਡ ਕੀਤਾ ਗਿਆ ਵੀ ਹਾਂ ਇੱਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਰਾਈਟਸ ਆ ਜਿਹੜੇ ਉਹਦੇ ਵਿੱਚ ਵਾਇਲੇਟ ਹੋ ਗਏ ਸੀ, ਜਿਹੜੇ ਉਹ ਕਵਰ ਨਹੀਂ ਸੀ ਕਰ ਰਿਹਾ। ਇਸ ਕਰਕੇ ਪ੍ਰੋਵੀਜ਼ਨ ਦੇ ਸੈਕਸ਼ਨ ਦੇ ਕੁਝ ਚੇਂਜਸ ਕੀਤੇ ਗਏ ਨੇ। ਜਿੱਦਾਂ ਪਹਿਲਾਂ ਜਿਹੜੇ ਰਾਈਟਸ ਸੀਗੇ ਉਹ ਸੈਕਸ਼ਨ 3 ਦੇ ਵਿੱਚ ਕਵਰ ਕੀਤੇ ਗਏ ਸੀ 1986 ਦੇ ਵਿੱਚ, ਹੁਣ ਇਹ ਇਹਦੇ ਡੈਫੀਨੇਸ਼ਨ ਕਲੌਜ਼ ਆ ਜਿਹੜਾ ਉਹਦੇ ਵਿੱਚ ਇਨਕਲੂਡ ਕਰਦੇ। ਸੋ ਹੋਰ ਕੁਝ ਜ਼ਿਆਦਾ ਚੇਂਜਸ ਨਹੀਂ ਹੈਗੇ, ਥੋੜੇ ਬਹੁਤੇ ਚੇਂਜਸ ਨੇ ਜਿਹੜੇ 2019 ਦੇ ਵਿੱਚ। ਜੀ ਮੈਮ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਹੁਣ ਜਿਹੜਾ ਈ ਕਮਰਸ ਨੂੰ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਆ, ਚਾਹੇ ਕੋਈ ਆਨਲਾਈਨ ਸ਼ਾਪਿੰਗ ਕਰਦਾ ਜਾਂ ਆਫਲਾਈਨ ਸ਼ਾਪਿੰਗ ਕਰਦਾ ਆ, ਉਹ ਦੋਵੇਂ ਹੀ ਜਿਹੜਾ ਇਸ ਦੇ ਅੰਤਰਗਤ ਹੁਣ ਆ ਜਾਂਦੇ ਆ। ਜੀ ਬਿਲਕੁਲ, ਚਾਹੇ ਆਪਾਂ ਆਨਲਾਈਨ ਸ਼ਾਪਿੰਗ ਕਰਦੇ ਹਾਂ ਚਾਹੇ ਆਪਾਂ ਕਿਤੇ ਵੀ ਜਾ ਕੇ ਸ਼ਾਪਿੰਗ ਕਰਦੇ ਹਾਂ, ਉਹ ਇਹਦੇ ਵਿੱਚ ਆਉਂਦਾ ਪਹਿਲਾਂ ਵੀ ਸੀਗਾ 1986 ਦੇ ਵਿੱਚ। ਪਰ ਜਿਹੜੀਆਂ ਕੁਝ ਕੁ ਇੱਦਾਂ ਦੀਆਂ ਚੀਜ਼ਾਂ ਸੀ ਜਿਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮਸ ਹੋਣ ਲੱਗ ਗਈਆਂ ਸੀ, ਉਹ 1986 ਦਾ ਜਿਹੜਾ ਐਕਟ ਉਹਦੇ ਅਕੋਰਡਿੰਗ ਨਹੀਂ ਸੀਗਾ। ਜਿੱਦਾਂ ਈ ਕਮਰਸ ਹੁੰਦੀ ਸੀ, ਪ੍ਰਾਈਸ ਵਗੈਰਾ ਰਾਈਜ਼ ਹੁੰਦੇ ਸੀ, ਆਨਲਾਈਨ ਟ੍ਰਾਂਜੈਕਸ਼ਨ ਹੁੰਦੀਆਂ ਸੀ, ਉਹ ਇਸ ਤਰ੍ਹਾਂ ਵੱਧ ਗਿਆ ਸੀ ਕਿਉਂਕਿ ਅੱਜ ਕੱਲ੍ਹ ਲੋਕ ਆ ਜ਼ਿਆਦਾਤਰ ਆਨਲਾਈਨ ਸ਼ਾਪਿੰਗ ਪ੍ਰੈਫਰ ਕਰਦੇ ਆ। ਪਹਿਲਾਂ ਲੋਕ ਸੀ ਜਿਹੜੇ ਉਹ ਜ਼ਿਆਦਾ ਪ੍ਰੈਫਰ ਨਹੀਂ ਸੀ ਕਰਦੇ, ਇਸੇ ਕਰਕੇ ਉਹ ਚੀਜ਼ਾਂ ਦੇ ਵਿੱਚ ਮਿਸਲੀਡਿੰਗ ਹੋਣ ਲੱਗ ਗਈ ਸੀ। ਇਸ ਲਈ ਹੀ 2019 ਐਕਟ ਬਣਾਇਆ ਗਿਆ। ਜੀ ਮੈਮ, ਇਸ ਦੇ ਵਿੱਚ ਸ਼ਿਕਾਇਤ ਕੌਣ ਕਰ ਸਕਦਾ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੇ ਵਿੱਚ? ਇੱਕ ਤਾਂ ਜਿਹੜਾ ਖੁਦ ਕੰਜ਼ਿਊਮਰ ਆ ਖਰੀਦਦਾ ਉਹ ਕਰ ਸਕਦਾ। ਦੂਸਰਾ, ਜਿੱਥੇ ਕੰਜ਼ਿਊਮਰ ਦਾ ਕਾਮਨ ਇੰਟਰਸਟ ਆ ਉੱਥੇ ਉਹ ਕਾਮਨਲੀ ਇੱਕ ਕੰਪਲੇਂਟ ਫਾਈਲ ਕਰ ਸਕਦੇ ਆ। ਜਿੱਥੇ ਕੋਈ ਮਾਈਨਰ ਆ ਉਹਦੇ ਉੱਤੇ ਫੈਮਿਲੀ ਕਰ ਸਕਦੀ ਆ। ਜਿੱਥੇ ਕਿਸੇ ਦੀ ਡੈਥ ਹੋ ਗਈ ਉੱਥੇ ਉਹਦੇ ਲੀਗਲ ਰਿਪਰੈਜ਼ੈਂਟੇਟਿਵ ਕਰ ਸਕਦੇ ਆ। ਸੈਂਟਰ ਤੇ ਸਟੇਟ ਅਥਾਰਟੀ ਵੀ ਹੋ ਸਕਦੀ ਹੈ ਉਹਦੇ ਵਿੱਚ। ਜੀ ਮੈਮ, ਕਈ ਵਾਰੀ ਕੀ ਹੁੰਦਾ ਕਿ ਕਿਸੇ ਇਨਸਾਨ ਨੇ ਜਿਹੜਾ ਸਿੱਧੀ ਤਰ੍ਹਾਂ ਕਿਸੇ ਦੁਕਾਨਦਾਰ ਤੋਂ ਚੀਜ਼ ਖਰੀਦੀ, ਉਸ ਤੋਂ ਬਾਅਦ ਉਹ ਅੱਗੇ ਉਹਨੂੰ ਜਿਹੜਾ ਹੈ ਸੇਲ ਕਰ ਦਿੰਦਾ ਹੈਗਾ ਆ। ਹੁੰਦੇ ਦੋਵੇਂ ਕੰਜ਼ਿਊਮਰ ਹੀ ਹੈਗੇ ਆ, ਕਿ ਜਿਹਨੇ ਦੁਬਾਰਾ ਉਹ ਚੀਜ਼ ਨੂੰ ਖਰੀਦਿਆ ਹੈਗਾ ਆ ਉਹ ਕੰਪਲੇਂਟ ਕਰ ਸਕਦਾ ਹੈ ਕਿ ਨਹੀਂ? ਨਹੀਂ, ਬਿਲਕੁਲ, ਜਿਹੜਾ ਉਹ ਕੰਪਲੇਂਟ ਨਹੀਂ ਕਰ ਸਕਦਾ। ਇੱਥੇ ਜਿਹਨੇ ਖਰੀਦਿਆ, ਜਿਹੜਾ ਉਹ ਚੀਜ਼ ਨੂੰ ਯੂਜ਼ ਕਰ ਰਿਹਾ, ਉਹ ਜੇ ਉਹਨੇ ਰੀਸੇਲ ਲਈ ਯੂਜ਼ ਕਰ ਰਿਹਾ, ਉਹਨੇ ਰੀਸੇਲ ਕਰਨ ਲਈ ਖਰੀਦਿਆ, ਦੈਨ ਉਹ ਇੱਥੇ ਕੰਜ਼ਿਊਮਰ ਨਹੀਂ ਬਣੇਗਾ ਕਿਉਂਕਿ ਉਹ ਸੇਲਸ ਐਂਡ ਗੁੱਡਸ ਐਕਟ ਬਣਿਆ ਹੋਇਆ, ਉਹਦੇ ਅੰਡਰ ਕਵਰ ਹੋਊਗਾ। ਜੀ, ਕਈ ਵਾਰੀ ਕੀ ਹੁੰਦਾ ਹੈ ਕਿ ਕਿਸੇ ਦੇ ਜਿਹੜੇ ਕੰਜ਼ਿਊਮਰ ਦੇ ਅਧਿਕਾਰ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਕੁਚਲਿਆ ਜਾਂਦਾ ਹੈਗਾ ਆ। ਕਈ ਵਾਰੀ ਕੀ ਹੁੰਦਾ ਕਿ MRP ਕੁਝ ਹੋਰ ਹੁੰਦੀ ਹੈ, ਦਿੱਤਾ ਉਸ ਤੋਂ ਜ਼ਿਆਦਾ ਜਾਂਦਾ ਆ, ਕੀ ਉਹਦੇ ਲਈ ਵੀ ਜਿਹੜਾ ਹੈਗਾ ਆ ਕੇਸ ਕੀਤਾ ਜਾ ਸਕਦਾ ਆ? ਬਿਲਕੁਲ, ਜਿਹੜਾ MRP ਦਿੱਤਾ ਹੋਇਆ ਆਪਾਂ ਨੂੰ ਉਹ ਚੀਜ਼ ਦੇ ਉੱਤੇ ਹੀ ਆਪਾਂ ਬਿੱਲ ਬਣਾਵਾਂਗੇ ਤੇ ਬਿੱਲ ਤੇ ਆਪਾਂ ਖਰੀਦ ਕੇ ਲੈ ਕੇ ਆਵਾਂਗੇ। ਜੇ ਇਸ ਤੋਂ ਜ਼ਿਆਦਾ ਕੋਈ ਵੀ ਕੰਜ਼ਿਊਮਰ ਖਰੀਦਦਾਗਾ ਤਾਂ ਉਹ ਕਿਤੇ ਵੀ ਜਾ ਕੇ ਕੰਪਲੇਂਟ ਫਾਈਲ ਕਰ ਸਕਦਾ। ਪਹਿਲਾਂ ਤਾਂ ਆਪਾਂ ਉੱਥੇ ਜਦੋਂ ਆਪਾਂ ਖਰੀਦਦੇ ਹਾਂ ਉਹਨਾਂ ਨਾਲ ਹੀ ਕਹਾਂਗੇ ਵੀ MRP ਤੋਂ ਵੱਧ ਸਾਨੂੰ ਕਿੱਦਾਂ ਲਗਾ ਰਹੇ ਹੋ। ਜੇ ਉਹ ਫਿਰ ਵੀ MRP ਤੋਂ ਵੱਧ ਲਗਾ ਰਹੇ ਆ ਤਾਂ ਆਪਾਂ ਕੰਪਲੇਂਟ ਫਾਈਲ ਕਰ ਸਕਦੇ ਹਾਂ।
ਜਾਂ ਡਿਸਟ੍ਰਿਕਟ ਕਮਿਸ਼ਨ ਦੇ ਵਿੱਚ, ਸਟੇਟ ਕਮਿਸ਼ਨ ਦੇ ਵਿੱਚ ਤੇ ਨੈਸ਼ਨਲ ਜਿਹੜੀ ਉਹਦੀ ਜੁਰੀਡਿਕਸ਼ਨ ਬਣਦੀ ਹੁੰਦੀ ਆ, ਜਾਂ ਜਿੱਥੇ ਕੋਈ ਕੈਰੀ ਔਨ ਕੀਤਾ ਜਾਂਦਾ ਬਿਜ਼ਨਸ, ਜਾਂ ਜਿੱਥੇ ਕੰਜ਼ਿਊਮਰ ਰਹਿੰਦਾ, ਉਹ ਚੀਜ਼ਾਂ ਦੇ ਉੱਤੇ ਆਪਾਂ ਕੰਪਲੇਂਟ ਆ ਜਿਹੜੀ ਉੱਥੇ ਫਾਈਲ ਕਰ ਸਕਦੇ ਹਾਂ। ਜੀ ਮੈਮ, ਜਿਹੜਾ ਕੰਜ਼ਿਊਮਰ ਐਕਟ ਹੈਗਾ ਆ, ਇਹਦੇ ਵਿੱਚ ਕੰਜ਼ਿਊਮਰ ਕਿਸ ਨੂੰ ਮੰਨਿਆ ਜਾਂਦਾ ਆ? ਇਹਦੇ ਅੰਦਰ ਜਿਹੜਾ ਕੰਜ਼ਿਊਮਰ ਆ, ਜੋ ਕੋਈ ਵੀ ਚੀਜ਼ ਖਰੀਦਦਾ ਗਾ ਉਹ ਕੰਜ਼ਿਊਮਰ ਹੋਊ, ਜਾਂ ਕੋਈ ਵੀ ਬੈਨੀਫਿਸ਼ਰੀ ਆ ਉਹਦਾ, ਜਿੱਦਾਂ ਕੰਜ਼ਿਊਮਰ ਦੀ ਜਿਹਨੇ ਖਰੀਦਿਆ ਉਹਨੇ ਕਿਸੇ ਹੋਰ ਨੂੰ ਦੇਤਾ। ਜਿੱਦਾਂ ਆਪਾਂ ਘਰ ਦੇ ਵਿੱਚ ਕੋਈ ਪ੍ਰੋਡਕਟ ਖਰੀਦਦੇ ਆ, ਆਪਣੇ ਯੂਜ਼ ਕੋਈ ਹੋਰ ਕਰਦਾ, ਤਾਂ ਉਹਨੂੰ ਵੀ ਕੰਜ਼ਿਊਮਰ ਮੰਨਿਆ ਜਾਓ। ਬਟ ਜੇ ਆਪਾਂ ਕੋਈ ਵੀ ਚੀਜ਼ ਆ ਕਮਰਸ਼ੀਅਲ ਪਰਪਸ ਦੇ ਲਈ ਯੂਜ਼ ਕਰਦੇ ਆ, ਜਿੱਦਾਂ ਇਹਦੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗੀ ਛੋਟੀ ਜੀ। ਜਿੱਦਾਂ ਇੱਕ ਟੇਲਰ ਸੀਗਾ, ਉਹਨਾਂ ਨੇ ਇੱਕ ਸਟਿਚਿੰਗ ਮਸ਼ੀਨ ਲੈ ਕੇ ਆਂਦੀ, ਉਹ ਆਪਣੀ ਅਰਨਿੰਗ ਲਈ ਯੂਜ਼ ਕਰਦਾ ਸੀ, ਇੱਥੇ ਉਹ ਕੰਜ਼ਿਊਮਰ ਨਹੀਂ ਹੋਊਗਾ। ਪਰ ਜੇ ਉਹ ਆਪਣੀ ਪ੍ਰਾਈਵੇਟ ਘਰ ਦੇ ਵਿੱਚ ਯੂਜ਼ ਕਰਦਾ ਦੈਨ ਉਹ ਕੰਜ਼ਿਊਮਰ ਹੁੰਦਾ। ਇਸੇ ਕਰਕੇ ਇਹ ਸਿਰਫ ਉਹ ਸੈਲਰਸ ਨਾਲ ਡੀਲ ਕਰਦੀ ਹੈ ਜਾਂ ਬਾਇਰਸ ਨਾਲ ਡੀਲ ਕਰਦੀ ਹੈ ਜਿਹੜੇ ਛੋਟੇ ਹੁੰਦੇ ਨੇ, ਜੋ ਥੋੜੀ ਜਿੱਦਾਂ ਕੋਈ ਵੀ ਚੀਜ਼ ਖਰੀਦਦੇ ਨੇ। ਜਿੱਥੇ ਕੋਈ ਵੀ ਵੱਡੇ ਬਿਜ਼ਨਸਮੈਨ ਹੁੰਦੇ ਆ ਆਪਣੀ ਅਰਨਿੰਗ ਦੇ ਲਈ ਜਾਂ ਕਮਰਸ਼ੀਅਲ ਪਰਪਸ ਦੇ ਲਈ ਕੋਈ ਚੀਜ਼ ਖਰੀਦਦੇ ਆ, ਉਹਨਾਂ ਲਈ ਯੂਜ਼ ਨਹੀਂ ਕੀਤਾ ਜਾਂਦਾ, ਉਹਨਾਂ ਦੇ ਲਈ ਅਲੱਗ ਤੋਂ ਐਕਟ ਬਣੇ ਹੋਏ ਨੇ ਆਪਣੇ। ਜੀ ਮੈਮ, ਕਈ ਵਾਰੀ ਕੀ ਹੁੰਦਾ ਜਦੋਂ ਕੰਜ਼ਿਊਮਰ ਜਿਹੜੇ ਅਧਿਕਾਰ ਹੈਗੇ ਨੇ ਉਹਨਾਂ ਦਾ ਘਾਣ ਕੀਤਾ ਜਾਂਦਾ ਆ, ਉਹਦੇ ਅਧਿਕਾਰਾਂ ਨੂੰ ਕਿਤੇ ਨਾ ਕਿਤੇ ਕੁਚਲਿਆ ਜਾਂਦਾ ਆ, ਫਿਰ ਉਹ ਇਹਦੀ ਸ਼ਿਕਾਇਤ ਜਿਹੜੀ ਹੈ ਕਿੱਥੇ ਕਰ ਸਕਦਾ ਆ? ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੇ ਕੋਈ ਵੀ ਅਧਿਕਾਰ ਆਪਣੇ ਵਾਇਲੇਟ ਹੁੰਦੇ ਨੇ, ਪਹਿਲਾਂ ਤਾਂ ਆਪਾਂ ਡਿਸਟ੍ਰਿਕਟ ਦੇ ਵਿੱਚ ਕਰ ਸਕਦੇ ਹਾਂ। ਡਿਸਟ੍ਰਿਕਟ ਕਮਿਸ਼ਨ ਬਣੇ ਹੁੰਦੇ ਆ ਆਪਣੇ, ਕੰਜ਼ਿਊਮਰ ਕੋਰਟਸ ਬਣੀਆਂ ਨੇ, ਸੋ ਉੱਥੇ ਕਰ ਸਕਦੇ ਹਾਂ। ਦੈਨ ਜੇ ਆਪਾਂ ਨੂੰ ਉੱਥੋਂ ਸੈਟਿਸਫੈਕਸ਼ਨ ਨਹੀਂ ਹੁੰਦੀ ਤਾਂ ਆਪਾਂ ਸਟੇਟ ਕਮਿਸ਼ਨ ਹੁੰਦਾ, ਉੱਥੇ ਜਾ ਕੇ ਆਪਾਂ ਅਪੀਲ ਪਾ ਸਕਦੇ ਹਾਂ। ਫਿਰ ਇਸ ਤੋਂ ਬਾਅਦ ਆਪਣੀ ਨੈਸ਼ਨਲ ਕਮਿਸ਼ਨ ਆਉਂਦਾ, ਆਪਾਂ ਉੱਥੇ ਅਪੀਲ ਪਾ ਸਕਦੇ ਹਾਂ। ਫਿਰ ਆਪਣੀ ਜਿਹੜੀ ਜੇ ਆਪਾਂ ਕਿਤੋਂ ਵੀ ਇਹਨਾਂ ਚੀਜ਼ਾਂ ਤੋਂ ਸੈਟਿਸਫਾਈਡ ਨਹੀਂ ਹੈਗੇ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਅੰਡਰ, ਦੈਨ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਆਪਣੀ ਜਿਹੜੀ ਅਪੀਲ ਹੈ ਜਿਹੜੀ ਉਹ ਪਵਾ ਸਕਦੇ ਆ। ਉਹ ਜਿਹੜੀ ਅਪੀਲ ਆ ਉਹ 13 ਡੇਜ਼ ਦੇ ਵਿੱਚ ਹੀ ਆਪਾਂ ਉਹ ਪਾਣੀ ਹੁੰਦੀ ਆ। ਜੇ ਆਪਾਂ ਨੂੰ 30 ਦਿਨ ਤੋਂ ਵੱਧ ਹੋ ਜਾਣ ਤਾਂ ਕੋਈ ਵੈਲਿਡ ਰੀਜ਼ਨ ਹੋਣਾ ਚਾਹੀਦਾ, ਅਦਰਵਾਈਜ਼ ਉਹ ਜਿਹੜੀ ਅਪੀਲ ਆ ਉਹ ਐਕਸੈਪਟੇਬਲ ਨਹੀਂ ਹੋਊਗੀ। ਜੀ ਕਈ ਵਾਰੀ ਕੀ ਹੁੰਦਾ ਹੈਗਾ ਕਿ ਸਮਾਨ ਆਪਾਂ ਕਿਤੋਂ ਹੋਰ ਖਰੀਦਿਆ ਹੁੰਦਾ, ਜਿਹੜੀ ਕੰਪਨੀ ਜਿਹੜੀ ਆ ਉਹ ਕਿਤੇ ਹੋਰ ਰਹਿੰਦੀ ਆ, ਇਹਦਾ ਕੇਸ ਜਿਹੜਾ ਕਿੱਥੇ ਫਾਈਲ ਕੀਤਾ ਜਾਂਦਾ ਆ? ਆਪਾਂ ਜੇ ਸਮਾਨ ਕਿਸੇ ਵੀ ਕੰਪਨੀ ਤੋਂ ਖਰੀਦਦੇ ਆ ਜਿੱਥੇ ਉਹ ਆਪਣਾ ਬਿਜ਼ਨਸ ਕੈਰੀ ਔਨ ਕਰ ਰਹੀ ਆ, ਚਲਾ ਰਹੀ ਆ, ਜਾਂ ਜਿੱਥੇ ਕੰਜ਼ਿਊਮਰ ਦਾ ਕਾਮਨ ਇੰਟਰਸਟ ਆ, ਤਾਂ ਉੱਥੇ ਆਪਾਂ ਕਿਤੇ ਹੋਰ ਨਹੀਂ ਪਾਵਾਂਗੇ, ਜਸਟ ਉੱਥੇ ਹੀ ਆਪਾਂ ਫਾਈਲ ਕਰਾਂਗੇ ਜਿੱਥੇ ਉਹ ਬਿਜ਼ਨਸ ਕੈਰੀ ਔਨ ਕਰ ਰਹੀ ਆ, ਜਿਹੜੀ ਪਲੇਸ ਦੇ ਉੱਤੇ। ਜੀ ਕਈ ਵਾਰੀ ਕੀ ਹੁੰਦਾ ਹੈਗਾ ਕਿ ਜਿਹੜੀਆਂ ਇਸ਼ਤਿਹਾਰ ਹੈਗੇ ਨੇ ਉਹਦੇ ਵਿੱਚ ਦਿਖਾਇਆ ਕੁਝ ਹੋਰ ਜਾਂਦਾ, ਹਕੀਕਤ ਕੁਝ ਹੋਰ ਨਿਕਲਦੀ ਹੈਗੀ ਹੈ, ਕਿ ਉਹ ਵੀ ਇਸ ਦੇ ਅੰਤਰਗਤ ਹੀ ਆਉਂਦੇ ਆ ਕਿ ਨਹੀਂ? ਬਿਲਕੁਲ, ਜਿੱਥੇ ਆਪਾਂ ਨੂੰ ਮਿਸਲੀਡਿੰਗ ਐਡਵਰਟਾਈਜ਼ਮੈਂਟ ਕਹਿੰਦੇ ਆ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਦਰ, ਜਿੱਥੇ ਆਪਾਂ ਨੂੰ ਕੋਈ ਵੀ ਮਿਸਲੀਡਿੰਗ ਐਡਵਰਟਾਈਜ਼ਮੈਂਟ ਹੁੰਦੀਆਂ ਨੇ, ਜਿੱਦਾਂ ਕਿ ਫੇਅਰ ਲਵਲੀ, ਉਹਨਾਂ ਦੇ ਵਿੱਚ ਕਿਹਾ ਗਿਆ ਹੈਗਾ ਵੀ 7 ਦਿਨਾਂ ਦੇ ਵਿੱਚ ਇਹ ਆਪਣਾ ਰੰਗ ਵਗੈਰਾ ਗੋਰਾ ਹੋ ਜਾਊਗਾ। ਸੋ ਇਹ ਚੀਜ਼ਾਂ ਨੇ ਜਿਹੜੀਆਂ ਉਹ ਮਿਸਲੀਡਿੰਗ ਐਡਵਰਟਾਈਜ਼ਮੈਂਟ ਦੇ ਅੰਡਰ ਆਉਂਦੀਆਂ ਨੇ। ਇਹਦੇ ਤੇ ਆਪਣੀ ਜਿਹੜੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਬਣੀ ਆ ਉਹ ਰੋਕ ਲਗਾ ਸਕਦੀ ਆ, ਉਹ ਉਹਨਾਂ ਨੂੰ ਇੱਥੇ ਫਾਈਨ ਵੀ ਕਰ ਸਕਦੀ ਆ। ਉੱਥੇ ਉਹਨਾਂ ਨੂੰ ਪਹਿਲਾਂ ਤਾਂ ਕਹੇਗੀ ਵੀ ਤੁਸੀਂ ਇਹ ਐਡਵਰਟਾਈਜ਼ਮੈਂਟ ਨਹੀਂ ਦੇਣੀ, ਕਿਉਂਕਿ ਇਹ ਲੋਕਾਂ ਤੱਕ ਗਲਤ ਮੈਸੇਜ ਜਾ ਰਿਹਾ, ਕਿਉਂਕਿ ਇਦਾਂ ਜਿਹੜੇ ਪ੍ਰੋਡਕਟ ਹੁੰਦੇ ਉਹ ਕੁਝ ਵੀ ਨਹੀਂ ਕਰਦੇ ਇੱਕ ਵੀਕ ਦੇ ਵਿੱਚ। ਸੋ ਪਹਿਲਾਂ ਤਾਂ ਉਹਨਾਂ ਨੂੰ ਫਾਈਨ 25 ਲੱਖ ਤੱਕ ਦਾ ਹੋਊ, ਪਰ ਜੇ ਉਹ ਫਿਰ ਵੀ ਮਿਸਲੀਡਿੰਗ ਐਡਵਰਟਾਈਜ਼ਮੈਂਟ ਲਗਾਤਾਰ ਚੱਲ ਰਹੀ ਆ ਦੈਨ ਉਹਨਾਂ ਨੂੰ ਜਿਹੜਾ ਫਾਈਨ ਆ ਉਹ 50 ਲੱਖ ਤੱਕ ਦਾ ਹੋਊ। ਪਰ ਜੇ ਉਹ ਫਿਰ ਵੀ ਇਸ ਚੀਜ਼ ਤੋਂ ਅਵੇਅਰ ਨਹੀਂ ਹੁੰਦੇ ਵੀ ਸਾਡੇ ਤੇ ਕੋਈ ਫਾਈਨ ਵਗੈਰਾ ਲਗਾਇਆ ਹੋਇਆ ਸੈਂਟਰਲ ਅਥਾਰਟੀ ਨੇ, ਦੈਨ ਉਹਨਾਂ ਨੂੰ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ, ਤਾਂ ਜਾਂ ਉਹਨਾਂ ਦਾ ਜਿਹੜਾ ਲਾਇਸੈਂਸ ਆ ਉਹ 2 ਈਅਰ ਦੇ ਲਈ ਹੈ, ਜਿਹੜਾ ਉਹ ਸਰਵਿਸ ਆ ਉਹਨਾਂ ਦੀ ਖਤਮ ਕੀਤੀ ਜਾ ਸਕਦੀ ਹੈ। ਜੀ ਜਿਵੇਂ ਆਪਾਂ ਕਿਸੇ ਨੇ ਕੰਜ਼ਿਊਮਰ ਐਕਟ ਦੇ ਅੰਤਰਗਤ ਸ਼ਿਕਾਇਤ ਦਰਜ ਕਰ ਦਿੱਤੀ ਹੈਗੀ, ਇਹਦੇ ਵਿੱਚ ਕਿੰਨੀ ਕੁ ਸਜ਼ਾ ਤੇ ਜੁਰਮਾਨਾ ਹੋ ਸਕਦਾ ਆ? ਇਹਦੇ ਵਿੱਚ ਘੱਟੋ ਘੱਟ ਜਿਹੜੀ ਸਜ਼ਾ ਉਹ 1 ਮੰਥ ਦੀ ਹੋ ਸਕਦੀ ਆ, ਇਹ ਐਕਸਟੈਂਡ ਆ ਜਿਹੜੀ ਉਹ 3 ਸਾਲ ਦੇ ਤੱਕ ਹੋ ਸਕਦੀ ਆ, ਤੇ ਜਿਹੜਾ ਜੁਰਮਾਨਾ ਹੈਗਾ ਉਹ 25 ਤੋਂ 50 ਲੱਖ ਤੱਕ ਹੋ ਸਕਦਾ। ਜੀ ਜਿਵੇਂ ਮੈਮ ਕਿਸੇ ਨੂੰ ਜੁਰਮਾਨਾ ਹੋ ਗਿਆ, ਉਸਨੇ ਜੁਰਮਾਨਾ ਜਿਹੜਾ ਨਹੀਂ ਭਰਿਆ ਹੈਗਾ, ਫਿਰ ਅੱਗੋਂ ਕੀ ਕਾਰਵਾਈ ਹੁੰਦੀ ਹੈ ਉਹਦੇ ਤੇ? ਜੇ ਉਹ ਜੁਰਮਾਨਾ ਨਹੀਂ ਭਰੇਗੀ ਦੈਨ ਉਹਨੂੰ ਇੰਪ੍ਰਿਜ਼ਨਮੈਂਟ ਹੁੰਦੀ ਆ ਤੇ ਨਾਲ ਉਹਦੇ ਫਾਈਨ ਵੀ ਹੁੰਦਾ। ਜੀ ਕਈ ਵਾਰੀ ਮੈਡਮ ਕੀ ਹੁੰਦਾ ਹੈਗਾ ਕਿ ਕਿਸੇ ਇਨਸਾਨ ਨੇ ਕੋਈ ਚੀਜ਼ ਖਰੀਦੀ, ਉਹਦਾ ਬਿੱਲ ਨਹੀਂ ਲਿਆ ਹੈਗਾ, ਉਸ ਸਰੀਰ ਨੇ ਉਸ ਨੂੰ ਜਿਹੜਾ ਹੈਗਾ ਨੁਕਸਾਨ ਪਹੁੰਚਾ ਦਿੱਤਾ, ਉਸ ਚੀਜ਼ ਨੇ ਵਿਅਕਤੀ ਦੇ ਉੱਤੇ ਕੋਈ ਨਾ ਕੋਈ ਪ੍ਰਭਾਵ ਜਿਹੜਾ ਪਾ ਦਿੱਤਾ, ਜਾਂ ਉਹਦੇ ਸਮਾਨ ਦੇ ਉੱਤੇ ਕੋਈ ਨਾ ਕੋਈ ਉਹਦਾ ਪ੍ਰਭਾਵ ਪਿਆ ਹੈਗਾ ਆ, ਫਿਰ ਉਹ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਕਿ ਨਹੀਂ ਬਿਨਾਂ ਬਿੱਲ ਤੋਂ? ਜੇ ਕਿਸੇ ਨੇ ਬਿੱਲ ਨਹੀਂ ਲਿੱਤਾ, ਪਹਿਲਾਂ ਤਾਂ ਜਿਹੜੀ ਕੰਪਨੀ ਦੁਆਰਾ ਉਹ ਬਣੀ ਗਈ ਆ, ਆਪਾਂ ਉਸ ਕੰਪਨੀ ਦੇ ਉੱਤੇ ਕੇਸ ਪਾ ਸਕਦੇ ਹਾਂ, ਕਿਉਂਕਿ ਉਹਨਾਂ ਨੇ ਉਹਨਾਂ ਦਾ ਰਾਈਟ ਟੂ ਸੇਫਟੀ ਹੈ ਜਿਹੜਾ ਉਹ ਵਾਇਲੇਟ ਕੀਤਾ, ਕਿਉਂਕਿ ਸਹੀ ਉਹਨੂੰ ਸੂਟੇਬਲ ਚੀਜ਼ ਨਹੀਂ ਹੋਈ ਹੈਗੀ। ਸੋ ਇਸੇ ਤਰ੍ਹਾਂ ਇੱਕ ਕੇਸ ਹੋਇਆ ਸੀ, ਉਹਦੇ ਵਿੱਚ ਕੋਈ ਪ੍ਰੋਡਕਟ ਖਰੀਦਿਆ ਗਿਆ ਸੀ ਖਾਣ ਵਾਲਾ, ਜਿਸ ਕਰਕੇ ਉਹਨਾਂ ਦੀ ਤਬੀਅਤ ਸੀ ਜਿਹੜੀ ਉਹ ਬਹੁਤ ਜ਼ਿਆਦਾ ਵਿਗੜ ਗਈ ਸੀ। ਉਸ ਦੇ ਅੰਡਰ ਆਪਾਂ ਕੇਸ ਫਾਈਲ ਕੀਤਾ ਸੀਗਾ ਰਾਈਟ ਟੂ ਸੇਫਟੀ। ਸੋ ਉਹ ਵਾਇਲੇਟ ਹੋਇਆ ਸੀ, ਉਹ ਕੰਪਨੀ ਦੇ ਉੱਤੇ ਹੋਇਆ ਸੀ ਜਿਹੜੀ ਜਦੋਂ ਉਹਦੀ ਮੈਡੀਕਲ ਟੈਸਟ ਹੋਇਆ
ਤਾਂ ਉਹ ਚੀਜ਼ ਦਾ ਜਿਹੜੇ ਮਿਸ਼ਰਣ ਆ ਜਿਹੜਾ ਉਹ ਮਿਲਿਆ ਸੀ ਉਹਦੀ ਬੋਡੀ ਦੇ ਵਿੱਚੋਂ। ਸੋ ਉਹ ਕੰਪਨੀ ਦੇ ਉੱਤੇ ਕੇਸ ਕੀਤਾ ਗਿਆ ਸੀ। ਜੇ ਬਿੱਲ ਕਿਸੇ ਚੀਜ਼ ਦੁਆਰਾ ਆਪਾਂ ਨੂੰ ਨਹੀਂ ਦਿੱਤਾ ਗਿਆ ਕਿਸੇ ਸੈਲਰ ਦੁਆਰਾ, ਦੈਨ ਆਪਾਂ ਜਿਹੜੀ ਕੰਪਨੀ ਆ ਉਹਦੇ ਉੱਤੇ ਜਿਹੜਾ ਆਪਾਂ ਸੂਟ ਫਾਈਲ ਕਰ ਸਕਦੇ ਹਾਂ। ਜੀ ਕਈ ਵਾਰੀ ਕੀ ਹੁੰਦਾ ਮੈਮ, ਇਨਸਾਨ ਜਿਹੜਾ ਹੈ ਨਾ ਕੋਈ ਸਮਾਨ ਖਰੀਦਣ ਜਾਂਦਾ ਹੈਗਾ ਤਾਂ ਇੱਕ ਕੈਰੀ ਬੈਗ ਜਿਹੜਾ ਹੈਗਾ ਆ ਉਹ ਵੀ ਉਹਨਾਂ ਤੋਂ ਪੈਸੇ ਲੈ ਕੇ ਦਿੱਤਾ ਜਾਂਦਾ ਆ, ਕੀ ਉਹ ਵੀ ਜਿਹੜਾ ਕੰਜ਼ਿਊਮਰ ਦੇ ਅਧਿਕਾਰਾਂ ਦਾ ਘਾਣ ਹੁੰਦਾ ਕਿ ਨਹੀਂ? ਬਿਲਕੁਲ। ਜਿਹੜਾ ਕੈਰੀ ਬੈਗ ਦਾ ਇੱਕ 2019 ਦੇ ਵਿੱਚ ਇੱਕ ਕੇਸ ਹੋਇਆ ਸੀਗਾ, ਜਿਹਦੇ ਵਿੱਚ ਅਲਾਂਟੇ ਮਾਲ ਦੀ ਐਗਜ਼ਾਮਪਲ ਆ। ਉੱਥੇ ਇੱਕ ਲਾਈਫ ਸਟਾਈਲ ਸ਼ੋਰੂਮ ਬਣਿਆ ਹੋਇਆ, ਉੱਥੇ ਪੰਕਜ ਸੀਗੇ 28 ਸੈਕਟਰ ਚੰਡੀਗੜ੍ਹ ਦੇ। ਉਹ ਕੁਝ ਚੀਜ਼ਾਂ ਖਰੀਦਦੇ ਨੇ ਉੱਥੋਂ ਤੇ ਉਹਨਾਂ ਨੂੰ ਹੈਂਡ ਦੇ ਵਿੱਚ ਇਦਾਂ ਹੀ ਦੇ ਦਿੱਤੀਆਂ ਜਾਂਦੀਆਂ ਨੇ। ਉਹਨਾਂ ਨੇ ਕੈਰੀ ਬੈਗ ਦਾ ਪੁੱਛਿਆ, ਕਹਿੰਦੇ ਐਕਸਟਰਾ 5 ਰੁਪੀਸ ਚਾਰजेस ਹੋਣਗੇ। ਦੈਨ ਉਹਨਾਂ ਨੇ ਕਿਹਾ ਵੀ ਇਹ ਤਾਂ ਕਿਤੋਂ ਦਾ ਰੂਲ ਨਹੀਂ ਹੈਗਾ ਵੀ ਤੁਸੀਂ ਸਾਨੂੰ ਹੱਥ ਦੇ ਵਿੱਚ ਇਦਾਂ ਚੀਜ਼ਾਂ ਫੜਾ ਦਿਓ। ਫਿਰ ਉਹਨਾਂ ਨੇ ਇੱਕ ਕੰਪਲੇਂਟ ਫਾਈਲ ਕੀਤੀ ਸੀ। ਉਹ ਕੰਪਲੇਂਟ ਦੇ ਵਿੱਚ ਕੀ ਸੀਗਾ, ਉਹਨਾਂ ਨੂੰ 13,000 ਰੁਪਏ ਲਾਈਫ ਸਟਾਈਲ ਵਾਲਿਆਂ ਨੂੰ ਜੁਰਮਾਨਾ ਕੀਤਾ ਗਿਆ ਸੀ, ਕਿਉਂਕਿ ਆਪਾਂ ਨੂੰ ਕੋਈ ਵੀ ਸ਼ੋਰੂਮ ਆ, ਕੋਈ ਵੀ ਸ਼ਾਪ ਵਾਲਾ ਕੈਰੀ ਬੈਗ ਆ ਜਿਹੜਾ ਉਹ ਐਕਸਟਰਾ ਚਾਰਜ ਨਹੀਂ ਕਰ ਸਕਦੇ। ਸੋ ਉੱਥੇ ਉਹਨਾਂ ਨੂੰ ਜਿਹੜੇ 13,000 ਰੁਪਏ ਜੁਰਮਾਨਾ ਕੀਤਾ ਗਿਆ ਸੀ, ਜਿਹੜੇ ਉਹਨਾਂ ਨੇ ਕੰਜ਼ਿਊਮਰ ਨੂੰ ਦਿੱਤੇ ਸੀ। ਜੀ ਮੈਮ, ਹਾਲੇ ਵੀ ਕਈ ਸ਼ੋਰੂਮਾਂ ਦੇ ਵਿੱਚ ਅਜਿਹਾ ਹੁੰਦਾ ਹੈਗਾ ਕਿ ਕੈਰੀ ਬੈਗ ਦੇ ਪੈਸੇ ਲਏ ਜਾਂਦੇ ਹੈਗੇ ਆ, ਕੀ ਉਹਨਾਂ ਦੇ ਖਿਲਾਫ ਹੁਣ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈਗੀ ਆ? ਬਿਲਕੁਲ। ਕੈਰੀ ਬੈਗ ਦੇ ਪੈਸੇ, ਉਹ ਜਿਹੜਾ ਕੇਸ ਆ ਉਹ ਜਜਮੈਂਟ ਦੇ ਵਿੱਚ ਸਾਫ਼ ਲਿਖਿਆ ਹੋਇਆ ਵੀ ਜਿਹੜੇ ਕੈਰੀ ਬੈਗ ਦੇ ਆਪਾਂ ਤੋਂ ਪੈਸੇ ਲੈਤੇ ਜਾਂਦੇ, ਐਕਸਟਰਾ ਚਾਰजेस ਲੈਤੇ ਜਾਂਦੇ ਆ, ਉਹ ਕਿਸੇ ਵੀ ਕੰਜ਼ਿਊਮਰ ਤੋਂ ਨਹੀਂ ਲੈਤੇ ਜਾ ਸਕਦੇ। ਸੋ ਆਪਾਂ ਤੋਂ ਜੇ ਇਦਾਂ ਕੋਈ ਵੀ ਕਰਦਾ ਤਾਂ ਆਪਾਂ ਕੰਪਲੇਂਟ ਫਾਈਲ ਕਰ ਸਕਦੇ ਹਾਂ। ਜੀ ਦਰਸ਼ਕੋ, ਵਾਕਈ ਐਡਵੋਕੇਟ ਰਮਨਦੀਪ ਕੌਰ ਹੋਰਾਂ ਨੇ ਜਿਵੇਂ ਦੱਸਿਆ ਹੈਗਾ ਕਿ ਸਾਨੂੰ ਜਿਹੜਾ ਹੈ ਜਾਗਰੂਕ ਹੋਣ ਦੀ ਲੋੜ ਹੈਗੀ ਹੈ। ਜਦੋਂ ਤੁਸੀਂ ਕਿਤੋਂ ਵੀ ਕੋਈ ਵੀ ਸਮਾਨ ਖਰੀਦਦੇ ਹੋ ਤਾਂ ਹਮੇਸ਼ਾ ਤੁਸੀਂ ਆਪਣੇ ਅਧਿਕਾਰਾਂ ਨੂੰ ਜਿਹੜਾ ਹੈਗਾ ਆ ਸਮਝਿਆ ਕਰੋ ਕਿ ਤੁਹਾਡੇ ਅਧਿਕਾਰ ਕਿਹੜੇ ਹੈਗੇ। ਜਿਵੇਂ ਇਹਨਾਂ ਨੇ ਦੱਸਿਆ ਹੈਗਾ ਕਿ ਕੈਰੀ ਬੈਗ ਜਿਹੜਾ ਹੈ ਤੁਹਾਨੂੰ ਮੁਫਤ ਦੇ ਵਿੱਚ ਮਿਲਣਾ ਚਾਹੀਦਾ ਆ। ਜੇਕਰ ਕੋਈ ਤੁਹਾਡੇ ਕੋਲ ਪੈਸੇ ਦੀ ਮੰਗ ਕਰ ਸਕਦਾ ਤਾਂ ਤੁਸੀਂ ਉਸਨੂੰ ਦੱਸ ਸਕਦੇ ਹੋ ਕਿ ਤੁਹਾਡੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਤਰਗਤ ਜਿਹੜੇ ਅਧਿਕਾਰ ਹੈਗੇ ਆ ਉਹ ਇਹ ਗੱਲ ਕਹਿੰਦੇ ਹੈਗੇ ਆ। ਰਮਨਦੀਪ, ਇੱਕ ਗੱਲ ਹੋਰ ਦੱਸੋ, ਕਈ ਵਾਰੀ ਕੀ ਹੁੰਦਾ ਕਿ ਕਈ ਇਨਸਾਨ ਜਿਹੜੇ ਹੈਗੇ ਆ ਉਹਦੇ ਕੰਜ਼ਿਊਮਰ ਜਿਹੜੇ ਐਕਟ ਹੈਗੇ ਆ ਹਨਾ, ਇਹਦੇ ਅੰਤਰਗਤ ਉਹ ਕੇਸ ਫਾਈਲ ਕਰ ਦਿੰਦੇ ਆ ਤੇ ਕੇਸ ਦਾ ਨਿਪਟਾਰਾ ਜਿਹੜਾ ਛੇਤੀ ਨਹੀਂ ਹੁੰਦਾ, ਫਿਰ ਅੱਗੋਂ ਕੀ ਕਰ ਸਕਦਾ ਆ? ਪਹਿਲਾਂ ਤਾਂ ਜੇ ਕੇਸ ਦਾ ਨਿਪਟਾਰਾ ਛੇਤੀ ਨਹੀਂ ਹੁੰਦਾ, ਪਹਿਲਾਂ ਤਾਂ ਆਪਣੀ ਕੰਜ਼ਿਊਮਰ ਕੋਰਟਸ ਬਣੀਆਂ ਹੋਈਆਂ ਨੇ, ਪਰ ਜੇ ਉਹ ਛੇਤੀ ਕਰਨਾ ਚਾਹੁੰਦੇ ਆ, ਲਾਸਟ ਤੇ ਇੱਕ ਆਪਸ਼ਨਲ ਹੁੰਦੀ ਆ ਆਪਣੇ ਕੋਲੇ, ਮੀਡੀਏਸ਼ਨ ਦੇ ਵਿੱਚ ਭੇਜਿਆ ਜਾਂਦਾ ਜਿੱਥੇ ਉਹਨਾਂ ਦੁਆਰਾ ਕੰਪਰੋਮਾਈਜ਼ ਹੁੰਦੇ ਆ। ਜੇ ਉੱਥੇ ਨਹੀਂ ਹੁੰਦਾ ਦੈਨ ਫਿਰ ਕੇਸ ਆ ਜਿਹੜਾ ਉਹ ਚੱਲੇਗਾ ਹੀ ਜਦੋਂ ਤੱਕ ਉਹਦਾ ਨਿਪਟਾਰਾ ਨਹੀਂ ਹੁੰਦਾ। ਆਪਾਂ ਇਹਦੇ ਲਈ ਆਪਾਂ ਅਪੀਲ ਵੀ ਪਾ ਸਕਦੇ ਹਾਂ ਸਿੱਧੀ ਸੁਪਰੀਮ ਕੋਰਟ ਦੇ ਵਿੱਚ ਵੀ, ਸਾਨੂੰ ਜਲਦ ਤੋਂ ਜਲਦ ਇਹਦਾ ਰਿਜ਼ਲਟ ਚਾਹੀਦਾ। ਪਰ ਇਹ ਚੀਜ਼ਾਂ ਦੇਖੀਆਂ ਜਾਣ ਤਾਂ ਕੇਸ ਆ ਉਹ ਡਿਪੈਂਡ ਕਰਦਾ ਹੁੰਦਾ ਕੋਰਟ ਤੇ ਵੀ ਕਿੰਨੇ ਟਾਈਮ ਤੱਕ ਚੱਲੂਗਾ। ਪਰ ਇਹਦੀ ਬੈਸਟ ਆਪਸ਼ਨ ਹੁੰਦੀ ਆ ਵੀ ਮੈਡੀਏਸ਼ਨ ਦੇ ਵਿੱਚ ਕੰਪਰੋਮਾਈਜ਼ ਕਰਕੇ ਜਲਦੀ ਨਿਪਟਾਇਆ ਜਾ ਸਕਦਾ। ਜੀ ਮੈਮ, ਜਿਸਨੇ ਇਸ ਦੇ ਅੰਤਰਗਤ ਕੇਸ ਕਰਨਾ ਹੈ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਤਰਗਤ ਕਰਨਾ ਆ, ਤਾਂ ਇਸ ਦੇ ਲਈ ਕਿਸੇ ਵਕੀਲ ਦੀ ਲੋੜ ਪੈਂਦੀ ਹੈ ਜਾਂ ਫਿਰ ਵਿਅਕਤੀ ਜਿਹੜਾ ਖੁਦ ਵੀ ਇਹ ਕੇਸ ਨੂੰ ਜਿਹੜਾ ਫਾਈਲ ਕਰ ਸਕਦਾ ਆ? ਆਪਾਂ ਖੁਦ ਵੀ ਕੰਪਲੇਂਟ ਆ ਜਿਹੜੀ ਉਹ ਫਾਈਲ ਕਰ ਸਕਦੇ ਆ, ਪਰ ਉਹਨਾਂ ਨੂੰ ਜੇ ਕੋਰਟ ਦੇ ਵਿੱਚ ਪੇਸ਼ ਹੋਣਾ ਪਊ ਤਾਂ ਵਕੀਲ ਦੇ ਥਰੂ ਹੀ ਹੋਣਾ ਪਏਗਾ। ਜੀ, ਜਾਨੀ ਕਿ ਵਿਅਕਤੀ ਪਹਿਲਾਂ ਐਪਲੀਕੇਸ਼ਨ ਖੁਦ ਦੇ ਸਕਦਾ ਆ? ਹਾਂਜੀ ਹਾਂਜੀ, ਪਹਿਲਾਂ ਉਹ ਐਪਲੀਕੇਸ਼ਨ ਆ ਜਿਹੜਾ ਡਿਸਟ੍ਰਿਕਟ ਕਮਿਸ਼ਨ ਦੇ ਵਿੱਚ ਖੁਦ ਪਾ ਸਕਦਾ ਵੀ ਮੇਰੇ ਨਾਲ ਮੈਂ ਇਹ ਚੀਜ਼ ਖਰੀਦੀ ਸੀ, ਮੇਰੇ ਨਾਲ ਇਹ ਚੀਜ਼ ਤੋਂ MRP ਤੋਂ ਜ਼ਿਆਦਾ ਚੀਜ਼ ਲਗਾਈ ਗਈ ਹੈ, ਜਾਂ ਮੇਰਾ ਰਾਈਟ ਟੂ ਸੇਫਟੀ ਇਨਫੋਰਮੇਸ਼ਨ ਕੋਈ ਵੀ ਵਾਇਲੇਟ ਹੋਇਆ, ਦੈਨ ਉਹ ਕੰਪਲੇਂਟ ਆ ਜਿਹੜੀ ਉਹ ਫਾਈਲ ਕਰੂਗਾ। ਪਰ ਜੇ ਕੋਰਟ ਦੀਆਂ ਪ੍ਰੋਸੀਡਿੰਗ ਆ ਉਹ ਦੈਨ ਉਹ ਕਾਉਂਸਲ ਦੇ ਥਰੂ ਹੀ ਕੀਤੀਆਂ ਜਾਣਗੀਆਂ। ਜੀ ਮੈਮ, ਇਸ ਐਕਟ ਦੇ ਅੰਤਰਗਤ ਹੋਰ ਕਿਹੜੇ ਅਧਿਕਾਰ ਜਿਹੜੇ ਆ ਕੰਜ਼ਿਊਮਰ ਨੂੰ ਮਿਲਦੇ ਆ? ਇਹਦੇ ਅੰਤਰਗਤ ਜਿਹੜੇ 6 ਅਧਿਕਾਰ ਨੇ ਮੇਨ ਤਾਂ ਇਹ ਦਿੱਤੇ ਗਏ ਨੇ ਜਿਹੜੇ ਕੰਜ਼ਿਊਮਰ ਨੂੰ ਦਿੱਤੇ ਗਏ ਨੇ। ਸੋ ਇਹਦੇ ਵਿੱਚ ਜਿਹੜੇ ਕੰਜ਼ਿਊਮਰ ਦੀ ਗੱਲ ਕੀਤੀ ਗਈ ਆ, ਗੁੱਡਸ ਦੀ ਵੀ ਕੀਤੀ ਗਈ ਆ, ਸਰਵਿਸ ਦੀ ਵੀ ਕੀਤੀ ਗਈ ਆ। ਇਹਦੇ ਵਿੱਚ ਜੇ ਆਪਾਂ ਕੋਈ ਚੀਜ਼ ਖਰੀਦਦੇ ਵੀ ਆ ਜਾਂ ਬੈਨੀਫੀਸ਼ਰੀ ਯੂਜ਼ ਕਰਦਾ ਉਹ ਕੰਜ਼ਿਊਮਰ ਹੋ ਗਿਆ, ਜਾਂ ਜਿਹੜੀਆਂ ਸਰਵਿਸ ਜਿੱਦਾਂ ਟੀਚਿੰਗ ਵਗੈਰਾ ਹੋ ਗਈ, ਕੋਈ ਵੀ ਚੀਜ਼ ਦੀ ਇੱਦਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਰਵਿਸ ਦੇ ਵਿੱਚ ਇਨਕਲੂਡ ਹੋਣਗੀਆਂ। ਜੇ ਆਪਣੀ ਬੈਂਕਿੰਗ ਦੇ ਵਿੱਚ ਵੀ ਕੋਈ ਸਰਵਿਸ ਦੇ ਵਿੱਚ ਪ੍ਰੋਬਲਮ ਆਉਂਦੀ ਆ, ਆਪਾਂ ਬੈਂਕ ਮੈਨੇਜਰ ਤੋਂ ਜਾਂ ਕੋਈ ਵੀ ਉੱਥੇ EMPLOYE ਕੰਮ ਕਰ ਰਹੇ ਉਹਨਾਂ ਤੋਂ ਸਰਵਿਸ ਲੈਂਦੇ ਆ, ਜੇ ਆਪਣੀ ਕੋਈ ਵੀ ਉਹ ਚੀਜ਼ ਰਾਈਟ ਆਪਣਾ ਉੱਥੇ ਵਾਇਲੇਟ ਹੁੰਦਾ ਦੈਨ ਆਪਾਂ ਬੈਂਕ ਦੇ ਅਗੇਂਸਟ ਵੀ ਆਪਾਂ ਐਜ਼ ਆ ਕੰਜ਼ਿਊਮਰ ਉਹਨਾਂ ਦੇ ਅਗੇਂਸਟ ਕੰਪਲੇਂਟ ਫਾਈਲ ਕਰ ਸਕਦੇ ਹਾਂ। ਸੋ ਆਪਣੀ ਕੋਈ ਰਾਈਟ ਟੂ ਇਨਫੋਰਮੇਸ਼ਨ ਸੇਫਟੀ ਜੇ ਵਾਇਲੇਟ ਹੁੰਦੇ ਨੇ ਦੈਨ ਆਪਾਂ ਸਿੱਧਾ ਕੰਪਲੇਂਟ ਫਾਈਲ ਕਰ ਸਕਦੇ ਹਾਂ। ਇਹ ਚੀਜ਼ਾਂ ਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਅਵੇਅਰ ਹੋਣ ਦੀ ਲੋੜ ਆ, ਕਿਉਂਕਿ ਅੱਜ ਕੱਲ੍ਹ ਜਿਹੜੇ ਚੱਲ ਰਿਹਾ ਆਪਣੀ ਮਾਰਕੀਟ ਦੇ ਵਿੱਚ ਕੰਜ਼ਿਊਮਰ ਨੂੰ ਬਹੁਤ ਜ਼ਿਆਦਾ ਉਹ ਕੀਤਾ ਜਾਂਦਾ, ਉਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ। ਪਹਿਲਾਂ ਤਾਂ ਮਿਸਲੀਡਿੰਗ ਐਡਵਰਟਾਈਜ਼ਮੈਂਟ ਅੱਜ ਕੱਲ੍ਹ ਇੰਨੀਆਂ ਜ਼ਿਆਦਾ ਚੱਲ ਰਹੀਆਂ ਨੇ ਕਿ ਆਪਾਂ ਨੂੰ ਕੰਪਲੇਂਟਸ ਕਰਨੀਆਂ ਚਾਹੀਦੀਆਂ ਨੇ ਸੈਂਟਰਲ ਅਥਾਰਟੀ ਨੂੰ ਵੀ ਜਿਹੜੀਆਂ ਮਿਸਲੀਡਿੰਗ ਐਡਵਰਟਾਈਜ਼ਮੈਂਟ ਨੇ ਇਹਨਾਂ ਦੇ ਉੱਤੇ ਇਹ ਆਪਣੇ ਰਾਈਟਸ ਨੂੰ ਵਾਇਲੇਟ ਕਰ ਰਹੀਆਂ ਨੇ। ਸੋ ਇਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ, ਇਹਨਾਂ ਦੀਆਂ ਸਰਵਿਸ ਜਿਹੜੀਆਂ ਨੇ ਉਹ ਗਲਤ ਚੱਲ ਰਹੀਆਂ ਨੇ।
ਸੋ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਜਿਹੜੀ ਸੈਂਟਰਲ ਅਥਾਰਟੀ ਆ ਉਹ ਆਪਣੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਬਣੀ ਆ। ਸੋ ਕਈ ਲੋਕ ਸੋਚਦੇ ਨੇ ਵੀ ਮੈਂ ਕੰਪਲੇਂਟ ਫਾਈਲ ਕਰਕੇ ਕੀ ਕਰੂੰਗਾ, ਮੇਰਾ ਨਿਪਟਾਰਾ ਨਹੀਂ ਹੋਣਾ। ਸੋ ਜੇ ਆਪਾਂ ਇੱਕ ਜਾਣਾ ਇਦਾਂ ਸੋਚੇਗਾ ਤਾਂ ਇਦਾਂ ਤਾਂ ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਨਿਕਲਣਾ। ਸੋ ਆਪਾਂ ਨੂੰ ਸਭ ਨੂੰ ਸੋਚਣਾ ਚਾਹੀਦਾ ਵੀ ਜੇ ਆਪਾਂ ਕਿਸੇ ਚੀਜ਼ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਤਾਂ ਆਪਾਂ ਨੂੰ ਉਹਦਾ ਮੁਕਾਬਲਾ ਵੀ ਕਰਨਾ ਪਊਗਾ। ਸੋ ਆਪਾਂ ਨੂੰ ਉਹਦੀ ਕੰਪਲੇਂਟ ਵੀ ਪਾਉਣੀ ਪਊਗੀ। ਸੋ ਆਪਾਂ ਨੂੰ ਚਾਹੇ ਉਹ ਚੀਜ਼ ਛੋਟੀ ਹੈ ਚਾਹੇ ਉਹ ਵੱਡੀ ਆ, ਕੰਜ਼ਿਊਮਰ ਐਕਟ ਦੇ ਅੰਡਰ ਦਿੱਤਾ, ਚਾਹੇ ਜਿਹੜੇ ਛੋਟੇ ਸੈਲਰ ਨੇ ਜਾਂ ਬਾਇਰ ਨੇ ਉਹਨਾਂ ਦੀਆਂ ਨੇ। ਪਰ ਜੇ ਆਪਾਂ ਛੋਟੀ ਇੱਥੇ ਰੇਟ 5 ਰੁਪਏ ਵਾਲੀ ਮੈਂ ਐਗਜ਼ਾਮਪਲ ਦਿੱਤੀ ਸੀ, ਕਹਿਣ ਨੂੰ ਬਹੁਤ ਛੋਟੀ ਚੀਜ਼ ਆ ਵੀ 5 ਰੁਪਏ ਪਿੱਛੇ ਆਪਾਂ ਕੰਪਲੇਂਟ ਕਿਉਂ ਫਾਈਲ ਕਰਾਂਗੇ। ਪਰ ਜੇ ਆਪਾਂ ਉਹ ਚੀਜ਼ ਲਈ ਅਵੇਅਰ ਹੁੰਦੇ ਆ, ਉਸ ਚੀਜ਼ ਤੋਂ ਆਪਣੇ ਲਈ ਬਹੁਤ ਜ਼ਿਆਦਾ ਲੋਕ ਅਵੇਅਰ ਹੁੰਦੇ ਆ। ਸੋ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਆਪਣੇ ਰਾਈਟਸ ਬਾਰੇ, ਕੰਜ਼ਿਊਮਰ ਰਾਈਟਸ ਬਾਰੇ ਅਵੇਅਰ ਹੋਣਾ ਅੱਜ ਕੱਲ੍ਹ ਬਹੁਤ ਜ਼ਿਆਦਾ ਲੋੜ ਹੈ। ਜੀ ਮੈਮ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਆਪਣੇ ਰਾਈਟਸ ਦੇ ਲਈ ਅਵੇਅਰ ਹੋਣਾ ਜ਼ਰੂਰੀ ਹੈ ਕਿ ਸਾਨੂੰ ਇਹਦੀ ਕੰਪਲੇਂਟ ਜ਼ਰੂਰ ਕਰਨੀ ਚਾਹੀਦੀ ਹੈ। ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿ ਕਿੰਨਾ ਕੁ ਖਰਚਾ ਆ ਜਾਂਦਾ ਜਦੋਂ ਕੋਈ ਕੰਜ਼ਿਊਮਰ ਕਿਤੇ ਕੰਪਲੇਂਟ ਕਰਦਾ ਆ। ਜਿਹੜੀ ਕੰਜ਼ਿਊਮਰ ਪ੍ਰੋਟੈਕਸ਼ਨ ਅੰਡਰ ਖਰਚਾ ਆਉਂਦਾ ਉਹ ਸਿਰਫ 3 ਤੋਂ ਲੈ ਕੇ 4000 ਤੱਕ ਦਾ ਖਰਚਾ ਆਉਂਦਾ ਜੇ ਆਪਾਂ ਕੋਈ ਵੀ ਕੰਪਲੇਂਟ ਫਾਈਲ ਕਰਨੀ ਆ। ਜਿਹੜਾ ਮੈਂ ਤੁਹਾਨੂੰ ਇੱਕ ਜੱਜਮੈਂਟ ਵੀ ਦੱਸੀ ਸੀਗੀ ਕੈਰੀ ਬੈਗ ਵਾਲੀ, ਉਹਦੇ ਵਿੱਚ 3000 ਰੁਪਏ ਖਰਚਾ ਆਇਆ ਸੀਗਾ। ਉਹਨੂੰ ਮਿਲੇ ਉਹਦੇ ਵਿੱਚ ਜਿਹੜੀ ਰਿਲੀਫ ਮਿਲੀ ਸੀ ਉਹ 13000 ਰੁਪਏ ਮਿਲੀ ਸੀ। ਉਹਦੇ ਵਿੱਚ ਉਹਨੇ 10000 ਰੁਪਏ ਸੀ ਜਿਹੜੇ ਉਹ ਕੰਜ਼ਿਊਮਰ ਲੀਗਲ ਵਾਲਿਆਂ ਨੂੰ ਦਿੱਤੇ ਤੇ 3000 ਜਿੰਨਾ ਉਹਨੇ ਖਰਚਾ ਆਇਆ ਸੀ ਉਹ ਆਪ ਰੱਖਿਆ। ਸੋ ਇਹਦੇ ਵਿੱਚ ਇੰਨਾ ਜ਼ਿਆਦਾ ਕੋਈ ਵੀ ਖਰਚਾ ਨਹੀਂ ਆਏਗਾ ਜਾਂ ਡਰਨ ਦੀ ਲੋੜ ਨਹੀਂ। ਤੇ ਬਾਕੀ ਜੇ ਤੁਹਾਡੇ ਕੋਲੇ ਕੋਈ ਖਰਚਾ ਮਤਲਬ ਹੈ ਨਹੀਂਗਾ ਦੈਨ ਤੁਸੀਂ ਪੈਰਾਲੀਗਲ ਏਡ ਦੇ ਅੰਡਰ ਵੀ ਆਪਣੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵਿੱਚ ਫਾਈਲ ਕਰ ਸਕਦੇ ਹੋ। ਜੀ ਮੈਮ, ਤੁਸੀਂ ਪੈਰਾਲੀਗਲ ਏਡ ਦੀ ਗੱਲ ਕੀਤੀ ਹੈ ਕਿ ਇਸ ਬਾਰੇ ਥੋੜਾ ਵਿਸਥਾਰ ਦੇ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਕੀ ਹੈ। ਪਹਿਲਾਂ ਆਪਾਂ ਕੰਪਲੇਂਟ ਫਾਈਲ ਕਰਦੇ ਹਾਂ, ਜਦੋਂ ਫਿਰ ਆਪਣੀ ਜਿਹੜੀ ਕੰਪਲੇਂਟ ਆ ਡਿਸਟ੍ਰਿਕਟ ਕਮਿਸ਼ਨ ਦੇ ਵਿੱਚ ਹੁੰਦੀ ਹੈ। ਦੈਨ ਆਪਾਂ ਜੇ ਕੋਰਟ ਦੇ ਵਿੱਚ ਪ੍ਰੋਸੀਡਿੰਗ ਚਲਾਉਣੀਆਂ ਨੇ ਉਹਦੀਆਂ, ਆਪਾਂ ਨੂੰ ਕੌਂਸਲ ਚਾਹੀਦਾ ਹੁੰਦਾ, ਉਹਦੇ ਉੱਤੇ ਇੱਕ ਖਰਚਾ ਆਉਂਦਾ, ਆਪਾਂ ਨੂੰ ਇੱਕ ਵਕੀਲ ਚਾਹੀਦਾ। ਸੋ ਆਪਾਂ ਉੱਥੇ ਕੋਰਟ ਨੂੰ ਕਹਿ ਕੇ ਵੀ ਮੈਂ ਇੰਡੀਜੈਂਟ ਪਰਸਨ ਆ, ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਇੰਨੇ ਜ਼ਿਆਦਾ ਜਿੰਨਾ ਮੇਰੇ ਕੇਸ ਦੇ ਉੱਤੇ ਖਰਚਾ ਆ ਜਾਊਗਾ। ਸੋ ਆਪਾਂ ਕੋਰਟ ਨੂੰ ਕਹਿ ਕੇ ਇੱਕ ਲੀਗਲ ਐਡਵੋਕੇਟ ਆ ਜਿਹੜਾ ਉਹ ਹਾਇਰ ਕਰ ਸਕਦੇ ਹਾਂ, ਜਿਹਦਾ ਖਰਚਾ ਉਹ ਕੋਰਟ ਜਿਹੜੀ ਗਵਰਨਮੈਂਟ ਦਿੰਦੀ ਆ ਉਹ ਆਪਾਂ ਨਹੀਂ ਪੇ ਕਰਦੇ, ਉਹ ਜਿਹੜਾ ਪੈਰਾਲੀਗਲ ਏਡ ਦੇ ਅੰਡਰ ਫਾਲ ਕਰਦਾ। ਜੀ ਮੈਮ, ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ। ਮੇਰਾ ਅਖੀਰ ਦੇ ਵਿੱਚ ਇੱਕੋ ਹੀ ਮੈਸੇਜ ਆ ਵੀ ਜਿਹੜੇ ਆਪਣੇ ਰਾਈਟਸ ਨੇ ਜੇ ਕਿਤੇ ਵੀ ਵਾਇਲੇਟ ਹੁੰਦੇ ਆ, ਕੰਜ਼ਿਊਮਰ ਦੇ ਰਾਈਟ ਚਾਹੇ ਛੋਟੇ ਜਗ੍ਹਾ ਵਾਇਲੇਟ ਹੁੰਦੇ ਆ, ਚਾਹੇ ਉੱਥੇ 10 ਰੁਪਏ ਦੀ ਗੱਲ ਹੋਵੇ, ਆਪਾਂ ਨੂੰ ਉੱਥੇ ਦਬਣਾ ਨਹੀਂ ਚਾਹੀਦਾ। ਆਪਾਂ ਨੂੰ ਕੰਪਲੇਂਟ ਆ ਜਿਹੜੀ ਫਾਈਲ ਕਰਨੀ ਚਾਹੀਦੀ ਆ, ਕਿਉਂਕਿ ਜੇ ਆਪਾਂ ਛੋਟੀ ਚੀਜ਼ ਛੱਡ ਦਾਂਗੇ ਤਾਂ ਆਪਾਂ ਨੂੰ ਇਹ ਅੱਗੇ ਜਾ ਕੇ ਵੀ ਮੁਸ਼ਕਲਾਂ ਆਉਣਗੀਆਂ। ਸੋ ਆਪਾਂ ਜੇ ਅੱਜ ਕਰਦੇ ਆ ਇਸ ਚੀਜ਼ ਦੇ ਲਈ ਤਾਂ ਆਪਣੇ ਤੋਂ 10 ਲੋਕ ਜਿਹੜੇ 15 ਲੋਕ ਅਵੇਅਰ ਹੋਣਗੇ। ਸੋ ਇਹ ਚੀਜ਼ਾਂ ਬਾਰੇ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ ਆ। ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਦਰਸ਼ਕੋ, ਵਾਕਈ ਸਾਨੂੰ ਜਿਹੜਾ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਅਧਿਕਾਰ ਮਿਲੇ ਆ, ਸਾਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ। ਜੇਕਰ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਵਾਂਗੇ ਤਾਂ ਹੀ ਅਸੀਂ ਇਹਨਾਂ ਦੀ ਜਿਹੜੇ ਸੁਚੱਜੀ ਵਰਤੋਂ ਕਰ ਸਕਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਵਡਮੁੱਲੀ ਜਾਣਕਾਰੀ ਮਿਲੀ ਹੋਵੇਗੀ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ।